ਅਕਾਲ ਦੇ ਸਮੇਂ ਨੂੰ ਵੇਖਿਆ ਅਤੇ ਅਕਾਲ ਪੈਣ ਦੇ ਕਾਰਨ ਨੂੰ ਵੀ ਵੇਖਿਆ। ਅੱਜ ਅਸੀਂ ਅਕਾਲ ਜਿੱਥੇ ਪਿਆ ਉਸ ਜਗ੍ਹਾ ਨੂੰ ਵੇਖਾਂਗੇ। ਅਕਾਲ ਕਿੱਥੇ ਪਿਆ ਸੀ? ਰੂਤ ਦੀ ਕਿਤਾਬ ਪਹਿਲਾ ਅਧਿਆਇ ਪਹਿਲਾ ਵਚਨ। ਜਿਨ੍ਹਾਂ ਦਿਨਾਂ 'ਚ ਨਿਆਂਈ ਲੋਕ ਨਿਆਂ ਕਰਦੇ ਸੀ, ਉਹਨਾਂ ਦਿਨਾਂ 'ਚ ਦੇਸ਼ 'ਚ ਅਕਾਲ ਪੈ ਗਿਆ। ਤਦ ਯਹੂਦਾ ਦੇ ਬੈਤਲਹਮ ਦਾ ਇੱਕ ਵਾਸੀ ਆਪਣੀ ਪਤਨੀ ਤੇ ਦੋਨੇ ਪੁੱਤਰਾਂ ਨੂੰ ਨਾਲ ਲੈ ਕੇ ਮੁਆਬ ਦੇ ਦੇਸ਼ ਵਿੱਚ ਪਰਦੇਸੀ ਹੋ ਕੇ ਰਹਿਣ ਦੇ ਲਈ ਗਿਆ। ਪਿਆਰਿਓ, ਯਹੂਦਾ ਦੇ ਬੈਤਲਹਮ ਨਾਮ ਦੇ ਇਲਾਕੇ ਦੇ ਵਿੱਚ ਅਕਾਲ ਪਿਆ। ਬੈਤਲਹਮ ਨਾਮ ਦਾ ਅਰਥ ਹੈ ਰੋਟੀ ਵਾਲਾ ਘਰ ਜਾਂ ਫਿਰ ਭੋਜਨ ਵਾਲਾ ਘਰ, ਯਾਨੀ ਉਸ ਨਗਰ ਦਾ ਨਾਮ ਹੀ ਰੋਟੀ ਦਾ ਘਰ ਸੀ। ਜਿਸ ਘਰ ਦੇ ਵਿੱਚ ਖੁਸ਼ਹਾਲੀ ਨਾਲ ਰੋਟੀ ਹੋਣੀ ਚਾਹੀਦੀ ਸੀ, ਉਸ ਘਰ 'ਚ ਰੋਟੀ ਦੀ ਕਮੀ ਆ ਗਈ। ਜੋ ਨਗਰ ਖੁਸ਼ਹਾਲ ਰਹਿਣਾ ਸੀ, ਉੱਥੇ ਅਕਾਲ ਪੈ ਗਿਆ ਸੀ। ਜਿਨ੍ਹਾਂ ਲੋਕਾਂ ਨੇ ਖੁਸ਼ੀ ਨਾਲ ਰਹਿਣਾ ਸੀ, ਉੱਥੇ ਸੁੱਕਾ ਪੈ ਗਿਆ। ਬੈਤਲਹਮ 'ਚ ਅਕਾਲ ਪੈ ਗਿਆ। ਜਿੱਥੇ ਭੋਜਨ ਵਸਤੂਆਂ ਹੋਣੀਆਂ ਚਾਹੀਦੀਆਂ ਸੀ, ਉੱਥੇ ਹੀ ਅਕਾਲ ਪੈ ਗਿਆ। ਇੱਥੇ ਰਹਿਣ ਵਾਲੇ ਲੋਕ ਅਕਾਲ ਦੇ ਕਾਰਨ ਦੁੱਖ ਚੱਲ ਰਹੇ ਸੀ। ਪਰ ਉਸੇ ਸਮੇਂ ਇਸ ਨਗਰ ਦੇ ਵਿੱਚ 50 ਮੀਟਰ ਦੇ ਇਲਾਕੇ ਵਿੱਚ ਮੁਆਬ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦਾ ਅਕਾਲ ਨਹੀਂ ਸੀ। ਥੋੜਾ ਧਿਆਨ ਦੇ ਨਾਲ ਵੇਖੋ। ਪਰਮੇਸ਼ਵਰ ਦੀ ਪ੍ਰਜਾ ਅਖਵਾਉਣ ਵਾਲੇ ਯਹੂਦੀਆਂ ਦੇ ਉੱਪਰ ਅਕਾਲ ਪੈ ਗਿਆ। ਪਰਮੇਸ਼ਵਰ ਦੇ ਲੋਕ ਜਿਸ ਨਗਰ 'ਚ ਰਹਿੰਦੇ ਸੀ, ਉਸ ਨਗਰ ਦੇ ਵਿੱਚ ਸੋਕਾ ਪੈ ਗਿਆ। ਜਿਸ ਦੇਸ਼ ਦੇ ਲੋਕ ਪਰਮੇਸ਼ਵਰ ਦੇ ਵਿਰੁੱਧ ਨਹੀਂ ਚੱਲ ਰਹੇ ਸੀ, ਉੱਥੇ ਅਕਾਲ ਨਹੀਂ ਪਿਆ। ਇਹ ਕੀ ਆ? ਪਰਮੇਸ਼ਵਰ ਦੇ ਲੋਕਾਂ ਤੇ ਅਕਾਲ ਪੈਣਾ ਕੀ ਆ? ਪਰਮੇਸ਼ਵਰ ਦੇ ਚੁਣੇ ਹੋਏ ਲੋਕਾਂ ਤੇ ਅਕਾਲ ਦਾ ਆਉਣਾ ਕੀ ਆ? ਜਿਹਦੇ ਕਾਰਨ ਪਰਮੇਸ਼ਵਰ ਦੇ ਦੁਆਰਾ ਚੁਣਿਆ ਗਿਆ, ਜੋ ਪਰਮੇਸ਼ਵਰ ਦੁਆਰਾ ਚੁਣੇ ਗਏ ਦੇਸ਼ ਦੇ ਵਿੱਚ ਰਹਿੰਦਾ ਸੀ, ਇਹ ਪਰਿਵਾਰ ਉਹਨਾਂ ਨੂੰ ਪਰਦੇਸ ਕਿਉਂ ਜਾਣਾ ਪਿਆ? ਇਸ ਤਰ੍ਹਾਂ ਕਿਉਂ ਹੋਇਆ? ਮੈਂ ਫਿਰ ਤੋਂ ਯਾਦ ਕਰਵਾ ਰਿਹਾ ਹਾਂ। ਪਰਮੇਸ਼ਵਰ ਵਿਵਸਥਾ ਦੇ ਵਿੱਚ ਸਾਫ਼-ਸਾਫ਼ ਬਿਆਨ ਕਰਦੇ ਆ, ਉਹ ਇਹ ਹੈ, ਜੇ ਤੁਸੀਂ ਮੇਰੀ ਆਗਿਆ ਨਾ ਮੰਨੋਗੇ, ਆਪਣੀਆਂ ਮਨਮਰਜ਼ੀਆਂ ਕਰੋਗੇ, ਤਾਂ ਮੈਂ ਆਸਮਾਨ ਤੋਂ ਮੀਂਹ ਨਾ ਬਰਸਾਵਾਂਗਾ ਅਤੇ ਨਾ ਜ਼ਮੀਨ ਨੂੰ ਉਪਜ ਦਵਾਂਗਾ। ਤੁਹਾਨੂੰ ਅਕਾਲ 'ਚੋਂ ਲੈ ਕੇ ਜਾਵਾਂਗਾ, ਮੈਂ ਤੁਹਾਨੂੰ ਤਾੜਨਾ ਦਿਆਂਗਾ। ਜੇ ਤੁਸੀਂ ਫਿਰ ਵੀ ਮੇਰੀ ਆਗਿਆ ਨਾ ਮੰਨੋਗੇ, ਮੈਂ ਸਜ਼ਾ 7 ਗੁਣਾ ਵਧਾ ਦਿਆਂਗਾ। ਪਰਮੇਸ਼ਵਰ ਨੇ ਚੇਤਾਵਨੀ ਪਹਿਲਾਂ ਹੀ ਦੇ ਦਿੱਤੀ ਸੀ। ਜੇ ਇਹ ਲੋਕ ਦੁੱਖਾਂ 'ਚੋਂ ਨਿਕਲ ਰਹੇ ਆ, ਇਹਦਾ ਖਾਸ ਕਾਰਨ ਕੀ ਆ? ਤੁਸੀਂ ਜਾਣਦੇ ਹੋ। ਪਰਮੇਸ਼ਵਰ ਦੀ ਪ੍ਰਜਾ ਅਖਵਾਉਂਦੇ ਹੋਏ ਵੀ ਅਗਰ ਅਕਾਲ 'ਚੋਂ ਨਿਕਲ ਰਹੇ ਹੈ, ਤਾਂ ਪਰਮੇਸ਼ਵਰ ਦੀ ਸੰਤਾਨ ਅਖਵਾਉਂਦੇ ਹੋਏ, ਪਰਮੇਸ਼ਵਰ ਦੇ ਚੁਣੇ ਗਏ ਲੋਕ ਅਖਵਾਉਂਦੇ ਹੋਏ ਅਤੇ ਪਰਮੇਸ਼ਵਰ ਦੇ ਵਾਅਦੇ ਦੇ ਦੇਸ਼ 'ਚ ਰਹਿੰਦੇ ਹੋਏ ਵੀ ਕਿਉਂ ਕਲੇਸ਼ਾਂ 'ਚੋਂ ਨਿਕਲ ਰਿਹਾ? ਉਹਨਾਂ ਦੇ ਕੀਤੇ ਪਾਪ ਦੇ ਕਾਰਨ। ਮੇਰੇ ਭੈਣੋ ਅਤੇ ਭਰਾਵੋ, ਹੋ ਸਕਦਾ ਅੱਜ ਵੀ ਤੁਸੀਂ ਉਸੇ ਰਾਹ ਤੋਂ ਨਿਕਲਦੇ ਹੋਵੋਗੇ। ਤੁਸੀਂ ਆਪਣੇ ਆਪ ਨੂੰ ਮਸੀਹ ਕਹਿੰਦੇ ਹੋਵੋਗੇ ਜਾਂ ਮਸੀਹ ਅਖਵਾਉਂਦੇ ਹੋਵੋਗੇ ਅਤੇ ਕਹਿੰਦੇ ਹੋਵੋਗੇ ਪਰਮੇਸ਼ਵਰ ਮਹਾਨ ਹੈ ਅਤੇ ਸਰਵ ਸ਼ਕਤੀਮਾਨ ਹੈ। ਇਹ ਵੀ ਕਹਿੰਦੇ ਹੋਵੋਗੇ ਕਿ ਪਰਮੇਸ਼ਵਰ ਦੇ ਲਈ ਕੁਝ ਵੀ ਕੰਮ ਮੁਸ਼ਕਿਲ ਨਹੀਂ ਆ। ਪਿਆਰੋ, ਇਹ ਸਭ ਠੀਕ ਹੈ, ਲੇਕਿਨ ਸੁਣੋ, ਪਰਮੇਸ਼ਵਰ ਮਹਾਨ ਆ ਤੁਸੀਂ ਕਹਿ ਰਹੇ ਹੋ, ਪਰ ਤੁਹਾਡਾ ਜੀਵਨ ਮਹਾਨ ਕਿਉਂ ਨਹੀਂ ਹੋ ਪਾ ਰਿਹਾ ਹੈ? ਦੱਸੋ। ਪਰਮੇਸ਼ਵਰ ਦੇ ਬਾਰੇ ਤਾਂ ਤੁਸੀਂ ਵਧੀਆ ਗੱਲਾਂ ਕਰਦੇ ਹੋ, ਪਰ ਤੁਹਾਡਾ ਜੀਵਨ ਉੱਤਮ ਕਿਉਂ ਨਹੀਂ ਆ? ਤੁਸੀਂ ਕਹਿ ਰਹੇ ਹੋ ਮੇਰਾ ਪਰਮੇਸ਼ਵਰ ਪਵਿੱਤਰ ਆ, ਪਰ ਤੁਹਾਡਾ ਜੀਵਨ ਕਿਉਂ ਨਹੀਂ ਪਵਿੱਤਰ ਆ? ਤੁਸੀਂ ਕਹਿ ਰਹੇ ਹੋ ਮੇਰਾ ਪਰਮੇਸ਼ਵਰ ਸ਼ਾਂਤੀ ਦੇਣ ਵਾਲਾ ਹੈ, ਪਰ ਤੁਹਾਡੇ ਜੀਵਨ ਦੇ ਵਿੱਚ ਸ਼ਾਂਤੀ ਆਨੰਦ ਕਿਉਂ ਨਹੀਂ ਆ? ਤੁਸੀਂ ਕਹਿ ਰਹੇ ਹੋ ਮੇਰਾ ਪਰਮੇਸ਼ਵਰ ਆਸ਼ੀਸ਼ਾਂ ਦੇਣ ਵਾਲਾ ਹੈ, ਪਰ ਤੁਹਾਡੇ ਜੀਵਨ ਦੇ ਵਿੱਚ ਕਮੀਆਂ ਕਿਉਂ ਹੈ? ਤੁਸੀਂ ਕਹਿ ਰਹੇ ਹੋ ਮੇਰਾ ਪਰਮੇਸ਼ਵਰ ਚਮਤਕਾਰ ਕਰਨ ਵਾਲਾ ਪਰਮੇਸ਼ਵਰ ਹੈ, ਪਰ ਤੁਹਾਡੇ ਜੀਵਨ 'ਚ ਕੋਈ ਵੀ ਚਮਤਕਾਰ ਕਿਉਂ ਨਹੀਂ ਹੋ ਪਾ ਰਿਹਾ? ਇੱਕ ਵਾਰ ਸੋਚੋ। ਆਪਣੇ ਜੀਵਨ 'ਚ ਜਿਸ ਪਰਮੇਸ਼ਵਰ ਤੇ ਤੁਸੀਂ ਵਿਸ਼ਵਾਸ ਕਰਦੇ ਹੋ, ਉਹਦੇ ਵਿੱਚ ਜੇ ਕੋਈ ਸੰਗਤੀ ਨਹੀਂ ਆ, ਕਾਰਨ ਹੈ ਤੁਹਾਡੀ ਅਨਾਗਿਆਕਾਰੀਤਾ ਅਤੇ ਤੁਹਾਡੀ ਅਪਵਿੱਤਰਤਾ ਹੀ। ਇਹਦਾ ਕਾਰਨ ਹੈ ਤੁਹਾਡੇ ਜੀਵਨ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਤੁਸੀਂ ਜੋ ਵੀ ਆਸ਼ੀਸ਼ਾਂ ਪਾਉਣੀਆਂ ਹੈ ਅਤੇ ਬਰਕਤਾਂ ਪਾਉਣੀਆਂ ਹੈ, ਉਹ ਪਾ ਨਹੀਂ ਪਾ ਰਹੇ ਹੋ। ਪਰ ਇਸ ਦਾ ਖਾਸ ਕਾਰਨ ਕੀ ਹੈ ਤੁਹਾਨੂੰ ਪਤਾ ਹੈ? ਪਰ ਨਾਲ ਦੇ ਦੇਸ਼ 'ਚ ਅਕਾਲ ਨਹੀਂ ਸੀ। ਜੋ ਜਿਉਂਦੇ ਪਰਮੇਸ਼ਵਰ ਦੀ ਮਹਿਮਾ ਕਰਦੇ ਆ, ਉਹਨਾਂ ਦੇ ਦੇਸ਼ 'ਚ ਅਕਾਲ ਪੈ ਗਿਆ। ਆਓ ਕੂਚ ਦੀ ਕਿਤਾਬ ਤੇ ਅਸੀਂ ਗੌਰ ਕਰਾਂਗੇ, ਉੱਥੇ ਕੀ ਹੋਇਆ। ਆਓ ਅਸੀਂ ਵੇਖਦੇ ਹਾਂ। ਆਪਣੀ ਬਾਈਬਲ ਖੋਲੋ, ਕੂਚ ਦੀ ਕਿਤਾਬ ਅਤੇ ਉਸ ਦਾ 8ਵਾਂ ਅਧਿਆਇ 22ਵੇਂ ਵਚਨ ਤੋਂ ਪੜ੍ਹ ਰਿਹਾ ਹਾਂ।
ਉਸ ਦਿਨ ਮੈਂ ਗੋਸ਼ੇਨ ਦੇਸ਼ ਵਿੱਚ ਜਿੱਥੇ ਮੇਰੀ ਪ੍ਰਜਾ ਰਹਿੰਦੀ ਆ ਅਲੱਗ ਕਰਾਂਗਾ ਅਤੇ ਉਹਨਾਂ 'ਚ ਡਾਂਸਾਂ ਦੇ ਝੁੰਡ ਨਾ ਹੋਣਗੇ, ਜਿਹਦੇ ਨਾਲ ਤੁਸੀਂ ਸਮਝੋਗੇ ਧਰਤੀ ਦੇ ਉੱਪਰ ਮੈਂ ਹੀ ਯਹੋਵਾ ਹਾਂ। ਮੈਂ ਆਪਣੇ ਲੋਕ ਤੇ ਤੇਰੇ ਲੋਕਾਂ ਵਿਚਕਾਰ ਫਰਕ ਪਾਵਾਂਗਾ। ਮੈਂ ਆਪਣੀ ਪ੍ਰਜਾ ਨੂੰ ਅਲੱਗ ਕਰਾਂਗਾ। ਇਹ ਚਿੰਨ੍ਹ ਕੱਲ ਹੋਵੇਗਾ। ਯਹੋਵਾ ਨੇ ਉਸੇ ਤਰ੍ਹਾਂ ਕੀਤਾ। ਫਿਰੌਨ ਦੇ ਭਵਨ ਅਤੇ ਉਸ ਦੇ ਕਰਮਚਾਰੀਆਂ ਦੇ ਘਰਾਂ ਦੇ ਵਿੱਚ ਅਤੇ ਸਾਰੇ ਮਿਸਰ ਦੇਸ਼ ਦੇ ਵਿੱਚ ਡਾਂਸਾਂ ਦੇ ਝੁੰਡ ਭਰ ਗਏ ਅਤੇ ਡਾਂਸਾਂ ਦੇ ਮਾਰੇ ਉਹ ਦੇਸ਼ ਬਰਬਾਦ ਹੋ ਗਿਆ। ਉਹ ਦੇਸ਼ ਮੱਖੀਆਂ ਦੇ ਝੁੰਡ ਦੇ ਨਾਲ ਨਾਸ਼ ਹੋ ਗਿਆ। 22 ਵਚਨ ਦੇ ਵਿੱਚ ਅਸੀਂ ਕੀ ਵੇਖਿਆ ਹੈ? 22 ਵਚਨ ਪੜਾਂਗੇ। ਉਸ ਦਿਨ ਮੈਂ ਗੋਸ਼ੇਨ ਦੇਸ਼ ਨੂੰ ਜਿੱਥੇ ਮੇਰੀ ਪ੍ਰਜਾ ਰਹਿੰਦੀ ਹੈ ਅਲੱਗ ਕਰ ਦਿਆਂਗਾ ਅਤੇ ਡਾਂਸਾਂ ਦੇ ਝੁੰਡ ਨਹੀਂ ਹੋਣਗੇ, ਜਿਹਦੇ ਨਾਲ ਤੁਸੀਂ ਜਾਣ ਲਓਗੇ ਕਿ ਧਰਤੀ ਦੇ ਉੱਪਰ ਮੈਂ ਹੀ ਯਹੋਵਾ ਹਾਂ। ਫਿਰੌਨ ਸੁਣ, ਮੇਰੀ ਸਾਮਰਥ ਕੀ ਆ, ਮੈਂ ਕਿੰਨਾ ਸਰਵਸ਼ਕਤੀਮਾਨ ਹਾਂ ਤੈਨੂੰ ਵਿਖਾਉਣ ਜਾ ਰਿਹਾ ਹਾਂ। ਤੂੰ ਮਿਸਰ ਦੇਸ਼ ਨੂੰ ਵੇਖ ਕੇ ਘਮੰਡ ਕਰ ਰਿਹਾ ਹੈ ਅਤੇ ਸੋਚ ਰਿਹਾ ਮੇਰਾ ਕੋਈ ਵੀ ਕੁਝ ਨਹੀਂ ਕਰ ਸਕੇਗਾ। ਤਾਂ ਸੁਣੋ, ਮੈਂ ਡਾਂਸਾਂ ਨੂੰ ਭੇਜਣ ਜਾ ਰਿਹਾ ਹਾਂ। ਉਹ ਤੈਨੂੰ ਅਤੇ ਤੇਰੇ ਕਰਮਚਾਰੀਆਂ ਨੂੰ ਬੇਚੈਨ ਕਰਕੇ ਰੱਖ ਦੇਣਗੇ। ਉਸ ਸਮੇਂ ਧਿਆਨ ਦਵੀਂ, ਜਿਸ ਇਜ਼ਰਾਈਲੀ ਪ੍ਰਜਾ ਨੂੰ ਮੈਂ ਚੁਣਿਆ ਹੈ ਗੋਸ਼ੇਨ ਦੇਸ਼ 'ਚ ਰਹਿ ਰਿਹਾ, ਯਾਨੀ ਉਸੇ ਮਿਸਰ ਦੇਸ਼ ਦੇ ਵਿੱਚ ਇੱਕ ਇਲਾਕੇ 'ਚੋਂ ਰਹਿ ਰਹੇ ਆ। ਪਰਮੇਸ਼ਵਰ ਕਹਿ ਰਹੇ ਆ ਇਹ ਮੱਖੀਆਂ ਉਹਨਾਂ ਦੇ ਨੇੜੇ ਬਿਲਕੁਲ ਵੀ ਨਾ ਜਾਣਗੀਆਂ, ਕਿਉਂਕਿ ਮੈਂ ਉਹਨਾਂ ਨੂੰ ਅਲੱਗ ਕਰਾਂਗਾ। ਕਿੰਨੀ ਅਦਭੁਤ ਗੱਲ ਆ ਪਿਆਰਿਓ। ਉਹ ਮੱਖੀਆਂ ਹੋਰਾਂ ਦੇ ਘਰਾਂ 'ਚ ਜਾ ਰਹੀਆਂ ਪਰ ਤੁਹਾਡੇ ਘਰਾਂ 'ਚ ਨਹੀਂ ਆ ਰਹੀਆਂ। ਇਹ ਕਿੰਨਾ ਅਦਭੁਤ ਹੈ। ਉਹੀ ਹੋਇਆ ਉਸ ਦਿਨ। ਪੂਰੇ ਮਿਸਰ ਦੇਸ਼ ਦੇ ਵਿੱਚ ਮੱਖੀਆਂ ਆ ਗਈਆਂ ਪਰ ਇਜ਼ਰਾਈਲੀਆਂ ਦੇ ਘਰਾਂ ਦੇ ਵਿੱਚ ਮੱਖੀਆਂ ਨਹੀਂ ਆਈਆਂ। ਦੂਸਰਾ 9ਵਾਂ ਅਧਿਆਏ 5ਵੇਂ ਤੇ 6ਵੇਂ ਵਚਨ ਤੋਂ ਪੜਾਂਗੇ। ਫਿਰ ਯਹੋਵਾ ਨੇ ਇਹ ਕਹਿ ਕੇ ਇੱਕ ਸਮਾਂ ਠਹਿਰਾਇਆ ਕਿ ਇਹ ਕੰਮ ਮੈਂ ਉਸ ਦੇਸ਼ ਦੇ ਵਿੱਚ ਕੱਲ ਕਰਾਂਗਾ। ਦੂਸਰੇ ਦਿਨ ਯਹੋਵਾ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਮਿਸਰੀਆਂ ਦੇ ਤਾਂ ਸਾਰੇ ਪਸ਼ੂ ਮਰ ਗਏ ਪਰ ਇਜ਼ਰਾਈਲੀਆਂ ਦਾ ਇੱਕ ਵੀ ਪਸ਼ੂ ਨਾ ਮਰ ਸਕਿਆ। ਇੱਥੇ ਅਸੀਂ ਕੀ ਵੇਖਦੇ ਹਾਂ ਕਿ ਮਿਸਰੀ ਲੋਕ ਬਹੁਤ ਹੀ ਕਲੇਸ਼ਾਂ ਚੋਂ ਨਿਕਲ ਰਹੇ ਸੀ। ਉਹਨਾਂ ਦੇ ਸਾਰੇ ਜੰਤੂ ਮਰ ਗਏ ਪਰ ਇਜ਼ਰਾਈਲੀਆਂ ਦਾ ਇੱਕ ਵੀ ਜਾਨਵਰ ਨਾ ਮੱਖੀਆਂ ਆਈਆਂ, ਨਾ ਪਸ਼ੂ ਮਰੇ। 9:24 ਤੋਂ ਅਤੇ ਜੋ ਔਲੇ ਡਿੱਗਦੇ ਸੀ ਉਹਨਾਂ ਵਿੱਚ ਅੱਗ ਵੀ ਮਿਲੀ ਸੀ। ਉਹ ਔਲੇ ਇੰਨੇ ਭਾਰੀ ਸੀ ਕਿ ਜਦੋਂ ਤੋਂ ਮਿਸਰ ਦੇਸ਼ ਵਸਿਆ ਸੀ ਉਦੋਂ ਤੋਂ ਉਹਦੇ ਵਿੱਚ ਐਸੇ ਔਲੇ ਕਦੇ ਨਹੀਂ ਡਿੱਗੇ ਸੀ। ਇਸ ਲਈ ਮਿਸਰ ਦੇ ਸਾਰੇ ਦੇਸ਼ 'ਚ ਕੀ ਮਨੁੱਖ ਕੀ ਪਸ਼ੂ ਜਿੰਨੇ ਵੀ ਸੀ ਸਾਰੇ ਔਲਿਆਂ ਦੇ ਨਾਲ ਮਾਰੇ ਗਏ ਅਤੇ ਔਲਿਆਂ ਦੇ ਨਾਲ ਖੇਤੀਬਾੜੀ ਸਾਰੀ ਹੀ ਬਰਬਾਦ ਹੋ ਗਈ ਅਤੇ ਸਾਰੇ ਮੈਦਾਨ ਦੇ ਰੁੱਖ ਵੀ ਟੁੱਟ ਗਏ। ਸਿਰਫ ਗੋਸ਼ੇਨ ਪ੍ਰਦੇਸ਼ ਵਿੱਚ ਜਿੱਥੇ ਇਜ਼ਰਾਈਲੀ ਰਹਿੰਦੇ ਸੀ ਔਲੇ ਨਹੀਂ ਡਿੱਗੇ। ਔਲਿਆਂ ਨੇ ਸਾਰੇ ਦੇਸ਼ ਨੂੰ ਨਾਸ਼ ਕਰ ਦਿੱਤਾ। ਜਿੱਥੇ ਇਜ਼ਰਾਈਲੀ ਰਹਿੰਦੇ ਸੀ ਉਸ ਇਲਾਕੇ 'ਚ ਉਹਨਾਂ ਔਲਿਆਂ ਨੇ ਕਿਸੇ ਵੀ ਤਰ੍ਹਾਂ ਨਾਲ ਇਜ਼ਰਾਈਲੀ ਲੋਕਾਂ ਦਾ ਕੋਈ ਵੀ ਨੁਕਸਾਨ ਨਾ ਕੀਤਾ। ਚੌਥਾ 10ਵਾਂ ਅਧਿਆਇ ਉਸ ਦਾ 21ਵਾਂ ਵਚਨ। ਯਹੋਵਾ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਆਸਮਾਨ ਵੱਲ ਵਧਾ ਤਾਂ ਕਿ ਮਿਸਰ ਦੇ ਉੱਪਰ ਹਨੇਰਾ ਆ ਜਾਏ ਅਤੇ ਐਸਾ ਹਨੇਰਾ ਆਵੇ ਤਾਂ ਕਿ ਅਤੇ ਮੂਸਾ ਨੇ ਆਪਣਾ ਹੱਥ ਆਸਮਾਨ ਵੱਲ ਵਧਾਇਆ ਅਤੇ ਸਾਰੇ ਮਿਸਰ ਦੇ ਵਿੱਚ 3 ਦਿਨ ਤੱਕ ਹਨੇਰਾ ਹੀ ਛਾਇਆ ਰਿਹਾ। 3 ਦਿਨਾਂ ਤੱਕ ਨਾ ਤਾਂ ਕੋਈ ਕਿਸੇ ਜਗ੍ਹਾ ਤੋਂ ਹਿੱਲਿਆ ਅਤੇ ਨਾ ਹੀ ਕੋਈ ਕਿਸੇ ਨੂੰ ਮਿਲ ਸਕਿਆ, ਪਰ ਸਾਰੇ ਇਜ਼ਰਾਈਲੀਆਂ ਦੇ ਘਰਾਂ ਦੇ ਵਿੱਚ ਚਾਨਣ ਸੀ। ਅੱਗੇ ਵੇਖਾਂਗੇ 12 ਅਧਿਆਏ 29ਵੇਂ ਵਚਨ ਤੋਂ। ਆਓ ਆਪਾਂ ਪੜ੍ਹਦੇ ਹਾਂ। ਅਜਿਹਾ ਹੋਇਆ ਕਿ ਅੱਧੀ ਰਾਤ ਨੂੰ ਯਹੋਵਾ ਨੇ ਮਿਸਰ ਦੇਸ਼ ਦੇ ਵਿੱਚ ਸਿੰਘਾਸਨ ਤੇ ਬਹਿਣ ਵਾਲੇ ਫਿਰੌਨ ਤੋਂ ਲੈ ਕੇ ਅਤੇ ਡਿੱਗੇ ਹੋਏ ਸਾਰਿਆਂ ਦੇ ਪਹਿਲੋਠਿਆਂ ਤੋਂ ਲੈ ਕੇ ਅਤੇ ਪਸ਼ੂਆਂ ਤੱਕ ਦੇ ਸਾਰੇ ਪਹਿਲੋਠਿਆਂ ਨੂੰ ਮਾਰ ਸੁੱਟਿਆ। ਅਤੇ ਫਿਰੌਨ ਰਾਤ ਨੂੰ ਹੀ ਉੱਠ ਬੈਠਿਆ ਅਤੇ ਉਸ ਦੇ ਸਾਰੇ ਕਰਮਚਾਰੀ ਅਤੇ ਸਾਰੇ ਮਿਸਰੀ ਉੱਠੇ ਅਤੇ ਮਿਸਰ ਦੇ ਵਿੱਚ ਵੱਡਾ ਅਹੰਕਾਰ ਮਚਿਆ ਅਤੇ ਮਿਸਰ ਦੇਸ਼ 'ਚ ਰਹਿਣ ਵਾਲੇ ਹਰ ਪਰਿਵਾਰ ਦੇ ਪਹਿਲੋਠੇ ਪੁੱਤਰ ਮਾਰੇ ਗਏ। ਉਸ ਮੌਤ ਨੂੰ ਵੇਖ ਕੇ ਮਿਸਰ ਦੇ ਸਾਰੇ ਲੋਕ ਤਾਹਾਂ ਮਾਰ ਕੇ ਰੋਣ ਲੱਗ ਪਏ। ਪੂਰੇ ਦੇਸ਼ 'ਚ ਅਕਾਲ ਪੈ ਗਿਆ। ਪਰ ਇਜ਼ਰਾਈਲੀਆਂ ਦਾ ਕੀ ਬਣਿਆ? 11ਵਾਂ ਅਧਿਆਏ 6ਵਾਂ
ਅਤੇ 7ਵਾਂ ਵਚਨ, ਸਾਰੇ ਮਿਸਰ ਦੇਸ਼ ਦੇ ਵਿੱਚ ਵੱਡਾ ਅਕਾਲ ਪਏਗਾ, ਇੱਥੋਂ ਤੱਕ ਕਿ ਉਹਦੇ ਵਿੱਚ ਸਾਰੇ ਹੀ ਬਿਪਤਾ ਦੇ ਵਿੱਚ ਫਸੇ ਰਹਿਣਗੇ। ਪਰ ਇਜ਼ਰਾਈਲੀਆਂ ਦੇ ਵਿਰੁੱਧ ਕੀ ਕੋਈ ਮਨੁੱਖ ਜਾਂ ਪਸ਼ੂ ਅਤੇ ਕੋਈ ਕੁੱਤਾ ਵੀ ਨਾ ਭੌਂਕੇਗਾ, ਅਤੇ ਜਿਹਦੇ ਨਾਲ ਤੁਸੀਂ ਜਾਣ ਲਓ ਕਿ ਮਿਸਰੀਆਂ ਅਤੇ ਇਜ਼ਰਾਈਲੀਆਂ ਦੇ ਵਿੱਚ ਮੈਂ ਯਹੋਵਾ ਫਰਕ ਰੱਖਦਾ ਹਾਂ। ਇੱਕ ਪਾਸੇ ਮਿਸਰ ਦੇ ਸਾਰੇ ਪਹਿਲੋਠੇ ਮਾਰ ਦਿੱਤੇ ਗਏ, ਲੇਕਿਨ ਇਜ਼ਰਾਈਲੀਆਂ ਵਿੱਚ ਕੁੱਤਾ ਤੱਕ ਨਾ ਮਰਿਆ ਅਤੇ ਨਾ ਹੀ ਕੋਈ ਪਸ਼ੂ। ਇੱਥੇ ਅਸੀਂ ਕੀ ਵੇਖਦੇ ਹਾਂ? ਜਿਸ ਪ੍ਰਜਾ ਦੇ ਨਾਲ ਪਰਮੇਸ਼ਵਰ ਰਹਿੰਦਾ ਹੈ ਅਤੇ ਜਿਸ ਪ੍ਰਜਾ ਤੇ ਪਰਮੇਸ਼ਵਰ ਦੀ ਕਿਰਪਾ ਬਣੀ ਰਹਿੰਦੀ ਆ, ਉਹ ਬਚਾਏ ਜਾਂਦੇ ਆ, ਉਹਨਾਂ ਨੂੰ ਪਰਮੇਸ਼ਵਰ ਸਾਂਭਦਾ ਹੈ। ਮਿਸਰ ਦੇ ਰਾਜੇ ਦੀ ਗੁਲਾਮੀ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਬਚਾਉਣ ਦੇ ਲਈ ਪਰਮੇਸ਼ਵਰ ਅੱਗੇ ਆਏ ਅਤੇ ਆਪਣਾ ਹੱਥ ਵਧਾ ਕੇ ਜਦ ਉਹਨਾਂ ਨੂੰ ਬਚਾ ਰਹੇ ਸੀ ਅਤੇ ਜਦ ਉਹਨਾਂ ਦੇ ਨਾਲ ਸੀ ਤਾਂ ਉਹ ਕਿੰਨੇ ਖੁਸ਼ ਸੀ, ਤੁਸੀਂ ਵੇਖ ਰਹੇ ਹੋ, ਜਾਣਦੇ ਹੋ। ਸਾਰੇ ਮਿਸਰ ਤੇ ਓਲੇ ਡਿੱਗੇ, ਲੇਕਿਨ ਇਜ਼ਰਾਈਲੀਆਂ ਦੇ ਉੱਪਰ ਨਹੀਂ ਡਿੱਗੇ। ਮੱਖੀਆਂ ਮਿਸਰ ਦੇਸ਼ 'ਚ ਆ ਗਈਆਂ, ਹਰ ਇੱਕ ਨੂੰ ਬੜਾ ਤੰਗ ਕੀਤਾ, ਲੇਕਿਨ ਇਜ਼ਰਾਈਲੀਆਂ ਨੂੰ ਪਰੇਸ਼ਾਨ ਨਾ ਕੀਤਾ। ਸਾਰੇ ਮਿਸਰ ਦੇ ਵਿੱਚ ਹਨੇਰਾ ਹੋ ਗਿਆ ਸੀ, ਲੇਕਿਨ ਜਿੱਥੇ ਇਜ਼ਰਾਈਲੀ ਰਹਿੰਦੇ ਸੀ ਉੱਥੇ ਚਾਨਣ ਬਣਿਆ ਰਿਹਾ। ਇੰਨਾ ਹੀ ਨਹੀਂ, ਇਜ਼ਰਾਈਲੀਆਂ ਦੇ ਪਸ਼ੂ ਤਾਂ ਜਿਉਂਦੇ ਰਹੇ, ਮਿਸਰੀਆਂ ਦੇ ਸਾਰੇ ਪਸ਼ੂ ਮਰ ਗਏ। ਮਿਸਰੀਆਂ ਦੇ ਹਰ ਪਰਿਵਾਰ 'ਚ ਮੌਤ ਹੋਈ, ਪਰ ਇਜ਼ਰਾਈਲੀਆਂ ਦੇ ਪਰਿਵਾਰ 'ਚ ਕਿਤੇ ਵੀ ਮੌਤ ਦੂਰ ਦੂਰ ਤੱਕ ਦਿਖਾਈ ਨਹੀਂ ਦਿੱਤੀ। ਇਹ ਆ ਪਰਮੇਸ਼ਵਰ ਜਿਹੜੀ ਪ੍ਰਜਾ ਦੇ ਨਾਲ ਰਹਿੰਦਾ ਹੈ, ਪਰਮੇਸ਼ਵਰ ਜਿਸ ਪ੍ਰਜਾ ਦੀ ਅਗਵਾਈ ਕਰਦੇ ਆ, ਉਹਨਾਂ ਦੇ ਨਾਲ ਹੁੰਦੇ ਆ ਅਤੇ ਉਹਨਾਂ ਵਿਚਕਾਰ ਬਹੁਤ ਹੀ ਅਚੰਭੇ ਕਰਦੇ ਆ। ਪਿਆਰਿਓ, ਬਾਈਬਲ ਦੱਸਦੀ ਆ ਯਹੋਵਾ ਜਿਸ ਪ੍ਰਜਾ ਦਾ ਪਰਮੇਸ਼ਵਰ ਆ ਉਹ ਧਨ ਹੈ। ਇਜ਼ਰਾਈਲੀਆਂ ਨੇ ਇਸ ਗੱਲ ਨੂੰ ਮਹਿਸੂਸ ਕਰ ਲਿਆ। ਉਹਨਾਂ ਦੇ ਆਲੇ ਦੁਆਲੇ ਦੀ ਪ੍ਰਜਾ ਬੜੀਆਂ ਸਮੱਸਿਆਵਾਂ ਅਤੇ ਭਿਆਨਕ ਵਿਪਤਾਵਾਂ ਚੋਂ ਜਦੋਂ ਨਿਕਲ ਰਹੀ ਸੀ, ਜਦੋਂ ਸਤਾਵ ਚੋਂ ਨਿਕਲ ਰਹੇ ਸੀ, ਅਤੇ ਪਰਮੇਸ਼ਵਰ ਦੀ ਜਿਹੜੀ ਆਪਣੀ ਨਿਜ ਪ੍ਰਜਾ ਸੀ ਉਹ ਸ਼ਾਂਤੀ ਨਾਲ ਸੀ, ਉਹ ਖੁਸ਼ੀ ਨਾਲ ਜੀ ਰਹੇ ਸੀ। ਕਾਰਨ ਇਹ ਕਿ ਪਰਮੇਸ਼ਵਰ ਉਸ ਦੇ ਨਾਲ ਸੀ। ਇਹ ਆ ਖਾਸੀਅਤ, ਇਹ ਆ ਜੋ ਪਰਮੇਸ਼ਵਰ ਚਾਹੁੰਦੇ ਆ। ਪਰ ਬੈਤਲਹਮ ਦੇ ਵਿੱਚ ਅਸੀਂ ਵੇਖਦੇ ਆ ਇਹ ਸਭ ਉਲਟਾ ਹੋ ਗਿਆ। ਮੁਆਬ 'ਚ ਭੋਜਨ ਸੀ, ਮੁਆਬ 'ਚ ਖੁਸ਼ਹਾਲੀ ਸੀ, ਮੁਆਬ 'ਚ ਲੋਕ ਰੱਜ ਕੇ ਭੋਜਨ ਖਾ ਰਹੇ ਸੀ। ਪਰਮੇਸ਼ਵਰ ਦੀ ਪ੍ਰਜਾ ਅਖਵਾਉਣ ਵਾਲੇ ਇਹ ਯਹੂਦੀ ਭੁੱਖ ਨਾਲ ਤੜਫ ਰਹੇ ਸੀ। ਰੋਟੀ ਦਾ ਘਰ ਅਖਵਾਉਣ ਵਾਲਾ ਬੈਤਲਹਮ ਤਾਂ ਅਕਾਲ 'ਚ ਫਸ ਗਿਆ। ਕਾਰਨ ਕੀ ਸੀ? ਜੋ ਪਰਮੇਸ਼ਵਰ ਦੇ ਲੋਕ ਅਖਵਾਉਂਦੇ ਆ, ਜੇ ਆਪਣੀਆਂ ਮਨਮਰਜ਼ੀਆਂ ਕਰਨਗੇ, ਉਹ ਅਨਿਆ ਜਾਤੀਆਂ ਵਿਚਕਾਰ ਸ਼ਰਮਿੰਦੇ ਕੀਤੇ ਜਾਣਗੇ। ਸੁਣ ਰਹੇ ਹੋ ਭੈਣੋ ਅਤੇ ਭਰਾਵੋ, ਜੇ ਤੁਸੀਂ ਪਰਮੇਸ਼ਵਰ ਦੇ ਵਿਰੁੱਧ ਚੱਲੋਗੇ, ਜੇ ਤੁਸੀਂ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਚੱਲੋਗੇ, ਅਨਿਆ ਜਾਤੀਆਂ ਵਿਚਕਾਰ ਤੁਸੀਂ ਸ਼ਰਮਿੰਦੇ ਹੋਵੋਗੇ। ਅਨਿਆ ਜਾਤੀਆਂ ਵਿਚਕਾਰ ਤੁਹਾਨੂੰ ਮੰਗਣਾ ਪੈ ਜਾਵੇਗਾ। ਪਰਮੇਸ਼ਵਰ ਦੇ ਵਿਰੋਧ ਵਿੱਚ, ਵਚਨ ਦੇ ਵਿਰੁੱਧ, ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ, ਪਵਿੱਤਰਤਾਈ ਦੇ ਵਿਰੁੱਧ ਜੇ ਤੁਸੀਂ ਚੱਲੋਗੇ, ਉਹਦੀ ਕੀਮਤ ਤੁਹਾਨੂੰ ਜ਼ਰੂਰ ਚੁਕਾਉਣੀ ਪਏਗੀ, ਬਚੋਗੇ ਨਹੀਂ। ਪਰਮੇਸ਼ਵਰ ਇਹ ਚਾਹੁੰਦੇ ਆ ਕਿ ਸੰਸਾਰ ਦਾ ਕੁਝ ਵੀ ਹੋ ਜਾਏ, ਮੈਂ ਤੁਹਾਨੂੰ ਬਚਾਵਾਂਗਾ। ਤੁਹਾਡੇ ਆਲੇ ਦੁਆਲੇ ਦੇ ਲੋਕ ਕਿੰਨੀਆਂ ਵੀ ਵਿਪਤਾ 'ਚ ਫਸੇ ਹੋਣਗੇ, ਲੇਕਿਨ ਫਿਰ ਵੀ ਮੈਂ ਤੁਹਾਨੂੰ ਬਚਾਵਾਂਗਾ, ਤੁਹਾਡੇ ਨਾਲ ਰਵਾਂਗਾ। ਤੁਹਾਡੇ ਆਲੇ ਦੁਆਲੇ ਦੇ ਲੋਕ ਭੁੱਖ ਨਾਲ ਤੜਫਣਗੇ, ਆਰਥਿਕ ਸਮੱਸਿਆਵਾਂ 'ਚ ਨਿਕਲ ਰਹੇ ਆ, ਪਰ ਮੈਂ ਤੁਹਾਨੂੰ ਪਾਲਾਂਗਾ, ਹਰ ਮੁਸ਼ਕਿਲਾਂ ਤੋਂ ਤੁਹਾਨੂੰ ਬਚਾਵਾਂਗਾ। ਇਹ ਮੇਰਾ ਇਹੀ ਮਕਸਦ ਆ। ਜੇ ਪਰਮੇਸ਼ਵਰ ਇਹ ਸੋਚ ਰਹੇ ਆ ਤੇ ਤੁਹਾਡੇ ਜੀਵਨ 'ਚ ਫਿਰ ਕੀ ਹੋ ਰਿਹਾ ਹੈ? ਅੱਜ ਤੁਹਾਡੇ ਜੀਵਨ 'ਚ ਕੀ ਹੋ ਰਿਹਾ? ਅੱਜ ਤੁਸੀਂ ਕੀ ਮਹਿਸੂਸ ਕਰ ਰਹੇ ਹੋ? ਤੁਸੀਂ ਭਿਆਨਕ ਅੰਧਕਾਰ ਅਤੇ ਅਕਾਲ ਦੇ ਵਿੱਚੋਂ, ਭਿਆਨਕ ਵਿਪਤਾਵਾਂ ਦੇ ਵਿੱਚੋਂ, ਭਿਆਨਕ ਖਤਰਿਆਂ ਦੇ ਵਿੱਚੋਂ, ਅਤੇ ਨਾ ਹੀ ਨੀਂਦ ਆ ਪਾ ਰਹੀ ਆ। ਖਾਂਦੇ ਹੋ ਲੇਕਿਨ ਪਚਦਾ ਨਹੀਂ ਆ। ਐਸੇ ਹਾਲਾਤ, ਕਿੰਨਾ ਵੀ ਕਮਾਓ, ਇੱਕ ਵੀ ਪੈਸਾ ਤੁਹਾਨੂੰ ਬਚ ਨਹੀਂ ਪਾ ਰਿਹਾ ਹੈ। ਐਸੇ ਹਾਲਾਤ, ਮਹੀਨੇ ਦੇ ਆਖਰ 'ਚ ਆ ਕੇ ਤੁਸੀਂ ਇਧਰ ਉਧਰ ਜਾ ਕੇ ਲੋਕਾਂ ਸਾਹਮਣੇ ਹੱਥ ਫੈਲਾਉਂਦੇ ਹੋ। ਐਸੇ ਭਿਆਨਕ ਹਾਲਾਤਾਂ ਵਿੱਚੋਂ ਤੁਸੀਂ ਨਿਕਲ ਰਹੇ ਹੋ ਕਿਉਂਕਿ ਪਰਮੇਸ਼ਵਰ ਦੇ ਵਿਰੁੱਧ ਚੱਲ ਰਹੇ ਹੋ, ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਜੀ ਰਹੇ ਹੋ। ਬੈਤਲਹਮ ਦੇ ਇਲਾਕੇ ਦੇ ਵਿੱਚ ਅਕਾਲ ਕਿਉਂ ਪੈ ਗਿਆ ਸੀ? ਨਾਲ ਦਾ ਮੁਆਬ ਦੇਸ਼ 50 ਕਿਲੋਮੀਟਰ ਦੀ ਦੂਰੀ ਤੇ ਆ। ਦੇਸ਼ ਯਾਨੀ ਇਹ ਨਾ ਸਮਝੋ ਜਿਵੇਂ ਦੁਬਈ
ਜਾਂ ਅਮਰੀਕਾ ਜਾਂ ਆਸਟ੍ਰੇਲੀਆ ਨਾ ਸੋਚੋ। ਯਾਤਰਾ ਕਰਨ ਤੇ ਲਗਭਗ 3 ਘੰਟੇ ਤੋਂ 10 ਘੰਟੇ ਜਾਂ 20 ਘੰਟੇ ਯਾਤਰਾ ਕਰਨੀ ਪਵੇਗੀ। ਹਜ਼ਾਰਾਂ ਕਿਲੋਮੀਟਰ ਇਸ ਤਰ੍ਹਾਂ ਨਹੀਂ ਆ। ਇਜ਼ਰਾਈਲ ਦੇਸ਼ ਦੇ ਨੇੜੇ ਮੁਆਬ ਦੇਸ਼ ਹੈ 50 ਕਿਲੋਮੀਟਰ ਤੇ। ਉੱਥੇ ਅਕਾਲ ਨਹੀਂ ਆ। ਇੱਥੇ ਕਿਉਂ ਅਕਾਲ ਪਿਆ? ਕਾਰਨ ਜਾਣਦੇ ਹੋ? ਜੋ ਪਰਮੇਸ਼ਵਰ ਦੇ ਆਪਣੇ ਲੋਕ ਸੀ, ਮਨ ਮਰਜ਼ੀਆਂ ਕਰਦੇ ਸੀ। ਪਰਮੇਸ਼ਵਰ ਨੇ ਉਹਨਾਂ ਨੂੰ ਸਜ਼ਾ ਦਿੱਤੀ ਕਿਉਂਕਿ ਪਿਆਰ ਕਰਨ ਵਾਲਾ ਪਰਮੇਸ਼ਵਰ ਤਾੜਨਾ ਵੀ ਦਿੰਦਾ ਹੈ। ਪਰਮੇਸ਼ਵਰ ਦੇ ਬੱਚੇ ਅਖਵਾਉਣ ਵਾਲੇ ਇਹ ਇਜ਼ਰਾਈਲੀ ਲੋਕ ਪਰਮੇਸ਼ਵਰ ਦੇ ਵਿਰੁੱਧ ਜਦ ਆਪਣੀਆਂ ਮਨ ਮਰਜ਼ੀਆਂ ਕਰ ਰਹੇ ਸੀ, ਪਰਮੇਸ਼ਵਰ ਨੇ ਸਜ਼ਾ ਦਿੱਤੀ। ਪਰਮੇਸ਼ਵਰ ਦੀ ਪ੍ਰਜਾ ਅਖਵਾਉਣ ਵਾਲੇ ਅਸੀਂ ਅਤੇ ਪਰਮੇਸ਼ਵਰ ਦੇ ਲੋਕ ਅਸੀਂ ਜੇ ਮਨ ਮਰਜ਼ੀਆਂ ਕਰਾਂਗੇ ਤਾਂ ਭੈਣੋ ਤੇ ਭਰਾਵੋ ਸੁਣੋ, ਪਰਮੇਸ਼ਵਰ ਸਜ਼ਾ ਦੇਣਗੇ। ਬਾਈਬਲ ਹੱਥਾਂ 'ਚ ਲੈ ਕੇ ਚੱਲਣ ਵਾਲੇ ਤੁਸੀਂ, ਬਾਈਬਲ ਪੜ੍ਹਨ ਵਾਲੇ ਤੁਸੀਂ, ਪਰਮੇਸ਼ਵਰ ਦੇ ਬਾਰੇ ਦੱਸਣ ਵਾਲੇ ਤੁਸੀਂ, ਜੇ ਤੁਸੀਂ ਮਨ ਮਰਜ਼ੀਆਂ ਕਰੋਗੇ ਪਰਮੇਸ਼ਵਰ ਤੁਹਾਨੂੰ ਸਜ਼ਾ ਦੇਣਗੇ। ਪਰਮੇਸ਼ਵਰ ਦਾ ਸਜ਼ਾ ਦੇਣ ਦਾ ਕਾਰਨ ਤੁਹਾਨੂੰ ਨਾਸ਼ ਕਰਨਾ ਨਹੀਂ ਆ। ਤੁਸੀਂ ਪਰਮੇਸ਼ਵਰ ਦੀ ਸੰਤਾਨ ਹੋ, ਇਸ ਲਈ ਆਪਣੀਆਂ ਮਨ ਮਰਜ਼ੀਆਂ ਕਰ ਰਹੇ ਹੋ। ਇਸ ਲਈ ਪਰਮੇਸ਼ਵਰ ਤੁਹਾਨੂੰ ਸਜ਼ਾ ਦੇ ਕੇ ਤੁਹਾਡੇ ਜੀਵਨ ਨੂੰ ਸੁਧਾਰਨਾ ਚਾਹੁੰਦੇ ਆ। ਜੇ ਤੁਹਾਡਾ ਬੱਚਾ ਗਲਤੀ ਕਰੇਗਾ ਤੁਸੀਂ ਪਿਤਾ ਦੇ ਰੂਪ 'ਚ ਸਜ਼ਾ ਦਿਓਗੇ। ਜੇ ਗੁਆਂਢੀਆਂ ਦੇ ਬੱਚੇ ਨੂੰ ਚੰਗੇ ਨੰਬਰ ਨਾ ਮਿਲੇ ਤੁਸੀਂ ਜਾ ਕੇ ਸਜ਼ਾ ਦੇ ਸਕਦੇ ਹੋ। ਗੁਆਂਢੀਆਂ ਦੇ ਬੱਚੇ ਦਾ ਸੁਭਾਅ ਠੀਕ ਨਹੀਂ ਆ ਜਾਂ ਫਿਰ ਉਹਦੇ ਨੰਬਰ ਚੰਗੇ ਨਹੀਂ ਆਇਆ, ਕੀ ਜਾ ਕੇ ਉਸ ਬੱਚੇ ਨੂੰ ਸਜ਼ਾ ਦਵੋਗੇ? ਮਾਰੋਗੇ? ਜੇ ਮਾਰੋਗੇ ਤਾਂ ਪਿਤਾ ਉਹਦਾ ਰੁਕੇਗਾ। ਤੂੰ ਮੇਰੇ ਬੇਟੇ ਨੂੰ ਕਿਉਂ ਮਾਰ ਰਿਹਾ? ਉਸ ਨੂੰ ਚੰਗੇ ਨੰਬਰ ਨਹੀਂ ਮਿਲੇ, ਦੰਦ ਤੋੜ ਦਿਆਂਗਾ। ਜੇ ਮੇਰੇ ਬੇਟੇ ਨੂੰ ਚੰਗੇ ਨੰਬਰ ਨਹੀਂ ਮਿਲੇ ਤੈਨੂੰ ਦਰਦ ਕੀ ਆ? ਪਹਿਲਾਂ ਜਾ ਕੇ ਆਪਣਾ ਹਾਲ ਵੇਖ। ਮੇਰੇ ਘਰ ਦੇ ਨਾਲ ਤੇਰਾ ਲੈਣਾ ਦੇਣਾ ਕੀ ਆ? ਇਸ ਤਰ੍ਹਾਂ ਕਹਿਣਗੇ। ਕੌਣ ਕਿਹਨੂੰ ਸਜ਼ਾ ਦਿੰਦਾ ਹੈ ਜਾਣਦੇ ਹੋ? ਪਿਆਰ ਕਰਨ ਵਾਲਾ ਪਿਤਾ ਆਪਣੀ ਸੰਤਾਨ ਨੂੰ ਸਜ਼ਾ ਦਿੰਦਾ ਹੈ। ਪਰਮੇਸ਼ਵਰ ਉਹੀ ਕਰ ਰਿਹਾ। ਜੇ ਤੁਸੀਂ ਅੱਜ ਅਕਾਲ ਦੇ ਵਿੱਚ ਫਸੇ ਹੋ, ਆਰਥਿਕ ਸਮੱਸਿਆਵਾਂ ਅਤੇ ਮੁਸ਼ਕਲਾਂ ਵਿੱਚ ਜੇ ਫਸੇ ਹੋ, ਜੇ ਤੁਸੀਂ ਵਿਪਤਾਵਾਂ ਦੇ ਵਿੱਚ ਫਸੇ ਹੋ ਤਾਂ ਤੁਸੀਂ ਜੋ ਵੀ ਕਰਦੇ ਹੋ ਸਫਲ ਨਹੀਂ ਹੁੰਦੇ ਅਤੇ ਜੇ ਹਰ ਪਾਸਿਓਂ ਤੁਸੀਂ ਬਰਬਾਦ ਹੋ ਗਏ ਹੋ ਤਾਂ ਪਰਮੇਸ਼ਵਰ ਸਜ਼ਾ ਦੇ ਰਹੇ ਆ। ਤੁਹਾਡੇ ਪਾਪਮੇ ਕੰਮਾਂ ਨੂੰ ਵੇਖ ਕੇ ਪਰਮੇਸ਼ਵਰ ਤੰਗ ਆ ਗਏ ਆ। ਤੁਹਾਡੇ ਧੋਖੇ ਦੇ ਕੰਮਾਂ ਤੋਂ ਪਰਮੇਸ਼ਵਰ ਦੁਖੀ ਹੋ ਗਏ ਆ। ਸਜ਼ਾ ਤੋਂ ਇਲਾਵਾ ਤੁਸੀਂ ਸੁਧਰੋਗੇ ਨਹੀਂ। ਪਰਮੇਸ਼ਵਰ ਨੇ ਸਜ਼ਾ ਦੇਣ ਦਾ ਫੈਸਲਾ ਕਰ ਲਿਆ। ਇਸ ਲਈ ਪਰਮੇਸ਼ਵਰ ਤੁਹਾਨੂੰ ਸਜ਼ਾ ਦੇ ਰਹੇ ਆ। ਉਹ ਸਜ਼ਾ ਬਿਮਾਰੀ ਹੋ ਸਕਦੀ ਆ, ਉਹ ਸਜ਼ਾ ਆਰਥਿਕ ਤੰਗੀ ਹੋ ਸਕਦੀ ਆ, ਉਹ ਸਜ਼ਾ ਹੋ ਸਕਦੀ ਹੈ ਕਿ ਤੁਹਾਡੇ ਆਲੇ ਦੁਆਲੇ ਦੇ ਲੋਕ ਤੁਹਾਡੇ ਵਿਰੁੱਧ ਖੜੇ ਹੋ ਜਾਣ। ਉਹ ਸਜ਼ਾ ਤੁਹਾਡੇ ਉੱਪਰ ਦਾ ਅਧਿਕਾਰੀ ਤੁਹਾਨੂੰ ਪੂਰੀ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਜਦੋਂ ਸੁਲੇਮਾਨ ਪਰਮੇਸ਼ਵਰ ਦੇ ਵਿਰੁੱਧ ਚੱਲ ਰਿਹਾ ਸੀ, ਜਦੋਂ ਵਿਰੋਧ ਕਰ ਰਿਹਾ ਸੀ ਤਾਂ ਪਰਮੇਸ਼ਵਰ ਨੇ ਦੇਸ਼ ਦੇ ਉੱਪਰ ਦੁਸ਼ਮਣ ਭੇਜੇ। ਕਿੱਥੋਂ ਆਏ ਜਾਣਦੇ ਹੋ? ਨਾਰਥ ਚੋਂ ਆਏ, ਸਾਊਥ ਤੋਂ ਆਏ, ਵੈਸਟ ਤੋਂ ਆਏ, ਈਸਟ ਤੋਂ ਆਏ, ਸੈਂਟਰ ਚੋਂ ਆਏ। ਸੁਲੇਮਾਨ ਜਦ ਪਰਮੇਸ਼ਵਰ ਦੇ ਵਿਰੁੱਧ ਚੱਲ ਰਿਹਾ ਸੀ ਤਾਂ ਪਰਮੇਸ਼ਵਰ ਨੇ ਉਹਦੇ ਉੱਪਰ ਦੁਸ਼ਮਣਾਂ ਨੂੰ ਭੇਜਿਆ ਅਤੇ ਉਹਦੇ ਰਾਜ ਦੇ 2 ਹਿੱਸੇ ਕਰ ਦਿੱਤੇ। ਪਰਮੇਸ਼ਵਰ ਉਸ ਨੂੰ ਸੁਧਾਰਨਾ ਚਾਹੁੰਦੇ ਸੀ। ਜੇ ਤੁਸੀਂ ਪਰਮੇਸ਼ਵਰ ਦੇ ਵਿਰੁੱਧ ਚੱਲ ਰਹੇ ਹੋ ਤੁਹਾਡੇ ਉੱਪਰ ਚਾਰੇ ਪਾਸਿਓਂ ਵਿਪਤਾ ਪੈਣਗੀਆਂ, ਚਾਰੇ ਪਾਸਿਓਂ ਤੁਹਾਡੇ ਤੇ ਕਲੇਸ਼ ਆਏਗਾ। ਤੁਸੀਂ ਸਾਹ ਵੀ ਨਾ ਲੈ ਸਕੋਗੇ, ਐਸੇ ਹਾਲਾਤ ਬਣਨਗੇ। ਤੁਸੀਂ ਆਪਣੇ ਦੁੱਖ ਕਿਸੇ ਨੂੰ ਵੀ ਦੱਸੋਗੇ ਨਹੀਂ। ਜੇ ਤੁਸੀਂ ਦੱਸੋਗੇ ਕੋਈ ਵੀ ਤੁਹਾਡੀ ਮਦਦ ਨਹੀਂ ਕਰੇਗਾ। ਅਜਿਹਾ ਕਿਉਂ ਹੋਏਗਾ? ਕਿਉਂਕਿ ਇਹ ਪਰਮੇਸ਼ਵਰ ਦੀ ਸਜ਼ਾ ਹੈ। ਸਿਰਫ ਪਰਮੇਸ਼ਵਰ ਹੀ ਉਹ ਸਜ਼ਾ ਤੋਂ ਬਚਾ ਸਕਦੇ ਆ। ਤੁਹਾਨੂੰ ਬਚਾਉਣ ਵਾਲਾ ਇਸ ਸੰਸਾਰ 'ਚ ਕੋਈ ਵੀ ਵਿਅਕਤੀ ਨਹੀਂ ਹੋਵੇਗਾ। ਪਵਿੱਤਰ ਪਰਮੇਸ਼ਵਰ ਪਿਤਾ, ਤੁਸੀਂ ਸਪਸ਼ਟ ਸਾਡੇ ਨਾਲ ਗੱਲ ਕੀਤੀ। ਬੋਏ ਗਏ ਵਚਨ ਨੂੰ ਫਲਵੰਤ ਕਰੋ। ਸਾਨੂੰ ਵਚਨ ਦੇ ਅਨੁਸਾਰ ਚੱਲਣਾ ਸਿਖਾਵੋ। ਅਸੀਂ ਜੋ ਤੁਹਾਡੀ ਪ੍ਰਜਾ ਹਾਂ, ਜੇ ਮਨ ਮਰਜ਼ੀਆਂ ਕਰਾਂਗੇ ਤੁਸੀਂ ਸਾਨੂੰ ਸਜ਼ਾ ਦਿਓਗੇ, ਜ਼ਰੂਰ ਸਜ਼ਾ ਦਿਓਗੇ। ਪ੍ਰਭੂ, ਅਸੀਂ ਸਜ਼ਾ 'ਚੋਂ ਹੋ ਕੇ ਨਿਕਲ ਰਹੇ ਹਾਂ, ਸਾਨੂੰ ਮਾਫ ਕਰੋ। ਅਸੀਂ ਸਭ ਨੇ ਜੋ ਪਾਪ ਕੀਤਾ, ਜੋ ਗਲਤੀ ਕੀਤੀ ਆ, ਆਪਣੀ ਤਰਸ ਦੁਆਰਾ, ਆਪਣੀ ਦਇਆ ਦੁਆਰਾ, ਆਪਣੀ ਮਾਫੀ ਦੁਆਰਾ, ਯਾਦ ਕਰੋ ਕਿ ਸਿਰ ਤੋਂ ਲੈ ਕੇ ਪੈਰਾਂ ਦੀ ਤਲੀ ਤੱਕ ਹਰ ਇੱਕ ਨੂੰ ਪਿਤਾ ਯੀਸ਼ੂ ਦੇ ਲਹੂ ਨਾਲ ਸ਼ੁੱਧ ਕਰਕੇ, ਬਰਫ਼ ਨਾਲੋਂ ਵੀ ਚਿੱਟੇ ਬਣਾ ਕੇ, ਪਵਿੱਤਰ ਜੀਵਨ ਦੇ ਕੇ, ਐਸਾ ਜੀਵਨ ਦਿਓ ਕਿ ਅਸੀਂ ਤੁਹਾਡੀ ਮਹਿਮਾ ਕਰ ਸਕੀਏ। ਪਿਤਾ, ਐਸੀ ਕਿਰਪਾ ਅਸੀਂ ਚਾਹੁੰਦੇ ਹਾਂ। ਸਾਡੀ ਪ੍ਰਾਰਥਨਾ ਸੁਣ ਕੇ ਸਾਡੀ ਮਦਦ ਕਰੋ। ਪਿਤਾ, ਅਸੀਂ ਦੂਜਿਆਂ ਲਈ ਠੋਕਰ ਦਾ ਕਾਰਨ ਨਾ ਬਣੀਏ, ਸ਼ਰਾਪ ਦਾ ਕਾਰਨ ਨਾ ਬਣੀਏ। ਦੂਜਿਆਂ ਲਈ ਅਸੀਂ ਨਮੂਨੇ ਦਾ ਜੀਵਨ ਜੀ ਸਕੀਏ। ਐਸਾ ਜੀਵਨ ਦੇ ਦਿਓ ਪ੍ਰਭੂ ਯੀਸ਼ੂ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ ਪਿਤਾ। ਆਮੀਨ।
प्रभु के नाम से सबको शलोम। मेरा नाम नागमणि है। मेरे पति का नाम बालराज है। हमारे 2 बच्चे हैं। मैं बचपन से ही यीशु मसीह पर विश्वास करती थी और पास वाले चर्च को मैं जाती थी। मेरे पढ़ाई के बाद हमारे रिश्तेदारों में से एक लड़के से मेरी शादी हुई। मेरे पति एक सोलार कंपनी में इंचार्ज थे। मैं घर पर ही परिवार का देखभाल करती हूँ। रविवार को वचन सुनने के लिए बहुत से चर्च को मैं जाती थी, लेकिन वहाँ पर वचन मुझे समझ में नहीं आता था। कहीं भी जाओ ठीक से समझ में नहीं आता था। मैं बहुत दुखी थी। तब एक दिन हम अपने जान पहचान के लोगों के द्वारा पहली बार हम कलवरी टेम्पल गए। तब वहाँ पर हमें वचन सुनकर बहुत अच्छा लगा। ਤੁਸੀਂ ਪਿਆਰ ਦੇ ਨਾਲ ਅਤੇ ਚੰਗੀ ਤਰ੍ਹਾਂ ਜੀਵਨ ਜੀਏ, ਇਸ ਲਈ ਤੁਸਾਂ ਸਭ ਲਈ, ਮੇਰੇ ਲਈ ਅਤੇ ਸਾਰਿਆਂ ਦੇ ਲਈ ਪ੍ਰਭੂ ਯੀਸ਼ੂ ਨੇ ਆਪਣੇ ਪ੍ਰਾਣ ਨੂੰ ਕੁਰਬਾਨ ਕੀਤਾ। ਅਸੀਂ ਚੰਗੀ ਤਰ੍ਹਾਂ ਜੀਵਨ ਜੀਏ ਇਸੇ ਲਈ ਜਦੋਂ ਪ੍ਰਭੂ ਯੀਸ਼ੂ ਨੇ ਆਪਣੇ ਪ੍ਰਾਣ ਦਾ ਬਲੀਦਾਨ ਦਿੱਤਾ ਸਾਨੂੰ ਚੰਗਾ ਜੀਵਨ ਦੇਣ ਵਾਲੇ ਐਸੇ ਪਰਮੇਸ਼ਵਰ ਦੇ ਲਈ। ਅਗਰ ਅਸੀਂ ਪ੍ਰੇਮ ਨਾਲ ਅਤੇ ਚੰਗੀ ਤਰ੍ਹਾਂ ਨਾਲ ਅਗਰ ਜੀਵਨ ਨਹੀਂ ਬਿਤਾਵਾਂਗੇ ਤਾਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਤਾਂ ਆਓ ਤੁਸੀਂ ਚੰਗੀ ਤਰ੍ਹਾਂ ਨਾਲ ਪ੍ਰੇਮ ਨਾਲ ਜੀਵਨ ਜੀਓਗੇ ਕਹਿ ਕੇ ਸਾਡੇ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਪ੍ਰਾਣ ਨੂੰ ਸਲੀਬ ਤੇ ਕੁਰਬਾਨ ਕਰ ਦਿੱਤਾ। ਤੁਸੀਂ ਇਸ ਗੱਲ ਨੂੰ ਜਾਣ ਕੇ ਸਾਡੇ ਪ੍ਰਭੂ ਯੀशु मसीह ਦੀ ਗੱਲ सुनोगे। ये वचन हमारे आत्मिक जीवन के लिए और प्रभु के और करीब जाने के लिए बहुत महत्वपूर्ण है और हम नियमित रूप से यही चर्च को जाना चाहते थे और तब से हर रविवार को हम नियमित रूप से चर्च जाते हुए आत्मिक रूप से आगे बढ़ रहे हैं। बहुत से गरीब लोग चाहे मुश्किल में भी हो सुसमाचार सुना रहे हैं। मैं चाहता था कि मैं भी बहुत से लोगों को ये सुसमाचार सुनाऊं। पहली बार मैं कलवरी आवाज के द्वारा सुसमाचार सुनाया। प्रभु मुझे आशीष दिए। मैं अपने कंपनी में इंचार्ज था, लेकिन प्रभु मुझे प्रोजेक्ट मैनेजर बनाए और मेरी तनख्वाह बढ़ाए। और मैं फिर से कलवरी आवाज टीवी प्रोग्राम को स्पॉन्सर किया। एक रविवार को एक सर्विस में प्रभु के दास एक बात कहे। पति अपने काम में बहुत मेहनत कर रहे हैं और बहुत से पत्नियां घर पर ही रहते हैं। बहुत समय मिलता है उन्हें, लेकिन कुछ काम नहीं करते हैं। अगर आप कुछ काम करके प्रभु के सुसमाचार को सुनाएंगे, ये आपके लिए आशीषदायक है। ये बात मेरे हृदय को छू लिया था। एक दिन मैं अपने पति से कही, अब तक आपके तनख्वाह से ही हम प्रभु का सुसमाचार सुनाए। मैं भी कुछ काम करूंगी और मेरे तनख्वाह से हम प्रभु के सुसमाचार को सुनाएंगे। तब मेरे पति खुश हुए। मुझे जब भी समय मिलता था मैं मशीन चलाना सीखती थी। मैं मेहनत की और मशीन चलाना सीख ली। कपड़े सीते हुए उन पैसों से मैं प्रभु का सुसमाचार बहुत से लोगों को सुनाई। प्रभु को देने में जो आनंद है, मैंने उसका स्वाद चखा। अपने रिश्तेदारों को और सहेलियों को प्रभु के बारे में बताकर चर्च ले जा रही हूँ। कलवरी टेम्पल में हम प्रभु का वचन सुन रहे हैं। बहुत से कीमती आत्मिक पाठों को हम सीख रहे हैं, अपने आप को ठीक कर रहे हैं। वचन के द्वारा हमें आत्मिक रूप से आगे बढ़ाने वाले सतीश कुमार जी को हमारा धन्यवाद। हमारे जीवन में बहुत से कीमती पाठों को हमें सिखा रहे हैं और हमें चला रहे हैं। यीशु को सारी महिमा, आदर और गौरव मिले। ਪ੍ਰਭੂ ਜੀ ਮੇਰੇ ਸਾਰੇ ਭੈਣੋ ਤੇ ਭਰਾਵੋ, ਤੁਹਾਨੂੰ ਸਾਰਿਆਂ ਨੂੰ ਸ਼ਾਲੋਮ। ਤੁਸੀਂ ਠੀਕ ਹੋ? ਕਲਵਰੀ ਆਵਾਜ਼ 2003 ਤੋਂ ਸ਼ੁਰੂ ਹੋਇਆ ਅਤੇ ਅੱਜ 2023 ਨੂੰ 20 ਸਾਲ ਹੋ ਚੁੱਕੇ ਆ। ਤੁਸੀਂ ਇਸ ਟੀਵੀ ਪ੍ਰੋਗਰਾਮ ਨੂੰ
ਪਿਆਰ ਕੀਤਾ, ਉਤਸ਼ਾਹਿਤ ਕੀਤਾ, ਪ੍ਰਾਰਥਨਾ ਕੀਤੀ। ਇੰਨਾ ਹੀ ਨਹੀਂ, ਆਪਣੀਆਂ ਭੇਂਟਾਂ ਦੇ ਦੁਆਰਾ ਤੁਸੀਂ ਸਾਰਿਆਂ ਨੇ ਮਦਦ ਕੀਤੀ ਆ। ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਪੂਰੇ ਦਿਲ ਤੋਂ ਧੰਨਵਾਦ ਕਰਦਾ ਹਾਂ। ਅੱਜ ਇਸ ਪ੍ਰੋਗਰਾਮ ਦੇ ਦੁਆਰਾ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਤੱਕ ਜਿਉਂਦੇ ਪਰਮੇਸ਼ਵਰ ਦੇ ਅਦਭੁਤ ਸੁਸਮਾਚਾਰ ਨੂੰ ਫੈਲਾਉਣ ਦੇ ਲਈ ਤੁਹਾਡੀ ਕੀਤੀ ਸਹਾਇਤਾ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ। ਅਤੇ ਉਸੇ ਤਰ੍ਹਾਂ ਸਾਡਾ ਇਹ ਕਲਵਰੀ ਆਵਾਜ਼ ਦਾ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੀ ਨਹੀਂ, ਭਾਰਤ ਦੇਸ਼ 'ਚ ਬੋਲੀਆਂ ਜਾਣ ਵਾਲੀਆਂ ਹਰ ਖਾਸ ਭਾਸ਼ਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਸੁਸਮਾਚਾਰ ਨੂੰ ਅਸੀਂ ਫੈਲਾ ਸਕੀਏ, ਮਿਹਨਤ ਕਰ ਰਹੇ ਹਾਂ। ਉਸੇ ਤਰ੍ਹਾਂ ਹਰ ਮਹੀਨੇ ਲਗਭਗ 650 ਟੀਵੀ ਪ੍ਰੋਗਰਾਮ ਚਲਾਏ ਜਾ ਰਹੇ ਆ। ਬੋਝ ਨਾਲ ਭਰੀ ਇਹ ਸੇਵਕਾਈ ਜੇ ਜਾਰੀ ਰੱਖਣੀ ਹੈ ਤਾਂ ਜ਼ਰੂਰ ਤੁਹਾਡੀ ਸਹਾਇਤਾ, ਪ੍ਰਾਰਥਨਾ ਅਤੇ ਸਹਿਯੋਗ ਬਹੁਤ ਜ਼ਰੂਰੀ ਆ। ਇੱਕ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਅਲੱਗ ਚੈਨਲਸ ਦੇ ਅਨੁਸਾਰ 20,000, 30,000, 40,000, 50,000 ਤੱਕ ਇੱਕ ਪ੍ਰੋਗਰਾਮ ਦੇ ਲਈ ਖਰਚਾ ਕਰਨਾ ਪੈਂਦਾ ਹੈ। ਜੇ ਪ੍ਰਭੂ ਤੁਹਾਨੂੰ ਉਤਸ਼ਾਹਿਤ ਕਰੇ ਇਸ ਟੀਵੀ ਪ੍ਰੋਗਰਾਮ ਦੀ ਮਦਦ ਕਰਨ ਦੇ ਲਈ, ਜੇ ਤੁਹਾਡੇ ਮਨ 'ਚ ਬੋਝ ਆਵੇ ਤਾਂ ਜ਼ਰੂਰ ਪ੍ਰਾਰਥਨਾ ਕਰਕੇ ਇਸ ਸੇਵਕਾਈ ਦੀ ਮਦਦ ਕਰੋ। ਮੈਂ ਚਾਹੁੰਦਾ ਹਾਂ ਪਿਆਰਿਓ, ਹੈਦਰਾਬਾਦ 'ਚ ਹਰ ਸ਼ਨੀਵਾਰ ਨੂੰ ਹੋਣ ਵਾਲੀ ਸਪਾਂਸਰ ਮੀਟਿੰਗ 'ਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਦੇ ਵੱਲੋਂ ਇੱਕ ਟੀਵੀ ਪ੍ਰੋਗਰਾਮ ਦੀ ਮਦਦ ਕਰੋਗੇ ਤਾਂ ਸੁਸਮਾਚਾਰ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਏਗਾ। ਮੈਂ ਬੇਨਤੀ ਕਰਦਾ ਹਾਂ ਕਿ ਇਸ ਹਫ਼ਤੇ ਕੀ ਪਰਿਵਾਰ 'ਚ ਕਿਸੇ ਦਾ ਜਨਮ ਦਿਨ ਹੈ ਜਾਂ ਪਰਮੇਸ਼ਵਰ ਨੇ ਕੋਈ ਤੁਹਾਡੇ ਜੀਵਨ 'ਚ ਚਮਤਕਾਰ ਕੀਤਾ, ਕੀ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੱਤਾ? ਜੇ ਦਿੱਤਾ ਹੈ ਕਿ ਧੰਨਵਾਦੀ ਹੋ ਕੇ ਕਲਵਰੀ ਆਵਾਜ਼ ਦੀ ਸਹਾਇਤਾ ਕਰਨਾ ਚਾਹੋਗੇ? ਜੇ ਪਰਮੇਸ਼ਵਰ ਨੇ ਸੰਤਾਨ ਦਿੱਤੀ ਆ, ਉਸ ਦਾ ਨਾਮ ਰੱਖਣਾ ਹੈ ਤਾਂ ਅੱਖਰ ਅਭਿਆਸ ਕਰਨਾ, ਮੂੰਹ ਜੂਠਾ ਕਰਵਾਉਣਾ, ਇਹਨਾਂ ਸ਼ੁਭ ਕੰਮਾਂ ਨੂੰ ਮੇਰੇ ਹੱਥਾਂ ਦੁਆਰਾ ਜੇ ਆਪਣੇ ਬੱਚਿਆਂ ਦੇ ਜੀਵਨ 'ਚ ਕਰਵਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਲਵਰੀ ਆਵਾਜ਼ ਟੀਵੀ ਪ੍ਰੋਗਰਾਮ ਦੀ ਸਹਾਇਤਾ ਕਰਕੇ ਆਪਣੇ ਜੀਵਨ ਦੇ ਸ਼ੁਭ ਕੰਮਾਂ ਨੂੰ ਮੇਰੇ ਨਾਲ ਸੈਲੀਬ੍ਰੇਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ। ਯਾਨੀ ਮੇਰੀ ਮਿਹਨਤ 'ਚ ਤੁਸੀਂ ਵੀ ਹਿੱਸਾ ਲੈ ਕੇ ਸੁਸਮਾਚਾਰ ਵੰਡੋ। ਤੁਹਾਡੀ ਖੁਸ਼ੀ 'ਚ ਮੈਂ ਵੀ ਹਿੱਸਾ ਲੈ ਕੇ ਮੈਂ ਵੀ ਤੁਹਾਡੀ ਖੁਸ਼ੀ ਨੂੰ ਸਾਂਝੀ ਕਰਾਂ। ਮਨ ਤੋਂ ਚਾਹੁੰਦੇ ਹੋਏ ਇਸ ਅਦਭੁਤ ਪਰਮੇਸ਼ਵਰ ਦੇ ਸੁਸਮਾਚਾਰ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਲਈ ਤੁਹਾਡੀ ਪ੍ਰਾਰਥਨਾ ਤੇ ਤੁਹਾਡੇ ਸਹਿਯੋਗ ਨੂੰ ਚਾਹੁੰਦੇ ਹੋਏ ਪ੍ਰਭੂ 'ਚ ਤੁਹਾਡਾ ਪਿਆਰਾ ਸਤੀਸ਼ ਕੁਮਾਰ। ਸਾਡਾ ਪਤਾ ਕਲਵਰੀ, ਪੋਸਟ ਬਾਕਸ ਨੰਬਰ 30, ਕੁਕਟਪੱਲੀ, हैदराबाद 72।